ਸਤਿ ਸ੍ਰੀ ਅਕਾਲ ਦੋਸਤੋ। ਅੱਜ ਦਾ ਆਪਣਾ ਟੌਪਿਕ ਹੈ ਮੈਡੀਟੇਸ਼ਨ। ਆਪਾਂ ਜਾਣਕਾਰੀ ਕਰਾਂਗੇ ਮੈਡੀਟੇਸ਼ਨ ਬਾਰੇ। ਤੇ ਮੈਡੀਟੇਸ਼ਨ ਬਾਰੇ ਜਾਣਨ ਵਾਸਤੇ ਆਪਾਂ ਸਟਾਰਟ ਮੈਡੀਟੇਸ਼ਨ ਤੋਂ ਕਰਾਂਗੇ। ਮੈਡੀਟੇਸ਼ਨ ਹੈ ਆਨਾਪਾਨਸਤੀ, ਸਿੰਪਲ, ਜੋ ਹਰ ਕੋਈ ਕਰ ਸਕਦਾ, ਜਿੱਥੇ ਮਰਜ਼ੀ ਘਰੇ ਬੈਠਾ, ਚਾਹੇ ਤੁਸੀਂ ਜ਼ਮੀਨ 'ਤੇ ਬੈਠ ਕੇ ਕਰਨਾ ਹੈ ਜਾਂ ਚੇਅਰ 'ਤੇ ਜਾਂ ਸੋਫੇ 'ਤੇ ਬੈਠ ਕੇ ਕਰਨਾ ਹੈ, ਕਿਤੇ ਬੈਠ ਕੇ ਕਰ ਸਕਦੇ ਹੋ। ਇਹਦਾ ਬੈਠਣ ਦਾ ਤਰੀਕਾ ਹੈ ਜਿਹੜਾ, ਹੈਂਡ ਕ੍ਰੋਸ ਕਰਨੀ ਹੈ, ਲੱਤਾਂ ਕ੍ਰੋਸ ਕਰਨੀਆਂ, ਅੱਖਾਂ ਬੰਦ ਕਰਕੇ ਸਾਹ 'ਤੇ ਧਿਆਨ ਦੇਣਾ। ਇਨਹੇਲ ਬਰੀਥ, ਐਕਸਹੇਲ ਬਰੀਥ, ਬਰੀਥ ਇਨ ਬਰੀਥ ਆਊਟ। ਅੱਖਾਂ ਬੰਦ ਕਰਕੇ ਸਾਹ 'ਤੇ ਧਿਆਨ ਦੇਣਾ। ਤੁਸੀਂ ਸੌਖਾ ਆਸਨ ਦੀ ਪੋਜੀਸ਼ਨ 'ਚ ਕਿਤੇ ਵੀ ਬੈਠ ਸਕਦੇ ਹੋ, ਕੋਈ ਜ਼ਰੂਰੀ ਨਹੀਂ ਹੈ ਕੋਈ ਪਾਰਟੀਕੂਲਰ ਪੋਜੀਸ਼ਨ ਦੇ ਵਿੱਚ ਹੀ ਬਹਿਣਾ। ਤੁਹਾਡਾ ਸਰੀਰ ਜਿਹੜਾ ਕੰਫਰਟੇਬਲ ਹੋਣਾ ਚਾਹੀਦਾ, ਤੁਸੀਂ ਆਰਾਮ ਨਾਲ ਜਿਹੜਾ ਧਿਆਨ ਕਰ ਸਕੋ। ਹੁਣ ਆਪਾਂ 3 ਤੋਂ 5 ਮਿੰਟ ਲਈ ਬੈਠਾਂਗੇ ਆਪਾਂ ਧਿਆਨ ਦੇ ਵਿੱਚ। ਤੁਸੀਂ ਮਿਊਜ਼ਿਕ ਚਲਾ ਸਕਦੇ ਹੋ ਨਾਲ, ਕੋਈ ਫਲੂਟ ਦਾ, ਜੋ ਤੁਹਾਨੂੰ ਵਧੀਆ ਲੱਗਦਾ ਮਿਊਜ਼ਿਕ, ਉਹ ਤੁਸੀਂ ਔਨ ਕਰ ਸਕਦੇ ਹੋ। ਹੁਣ ਆਪਾਂ ਅੱਖਾਂ ਬੰਦ ਕਰਾਂਗੇ, ਹੱਥ ਕ੍ਰੋਸ ਕੀਤੇ ਆ। ਸਾਹ 'ਤੇ ਧਿਆਨ ਦੇਵਾਂਗੇ। ਸਾਹ ਆ ਰਿਹਾ, ਸਾਹ ਜਾ ਰਿਹਾ। ਜਦੋਂ ਫਸਟ ਟਾਈਮ ਮੈਡੀਟੇਸ਼ਨ ਕਰਦੇ ਹਾਂ, ਉਦੋਂ ਬਹੁਤ ਸਾਰੇ ਵਿਚਾਰ ਆਪਣੇ ਮਨ ਦੇ ਅੰਦਰ ਚੱਲਣਗੇ। ਬਟ ਤੁਸੀਂ ਹਰ ਸਮੇਂ ਵਿਚਾਰਾਂ ਤੋਂ ਧਿਆਨ ਛੱਡ ਕੇ ਸਾਹ 'ਤੇ ਧਿਆਨ ਦੇਣਾ। ਇਨ ਬਰੀਥ, ਆਊਟ ਬਰੀਥ। ਸਹਿਜਤਾ ਵਾਲਾ ਸਾਹ, ਕੋਈ ਜ਼ਬਰਦਸਤੀ ਨਹੀਂ ਕਰਨੀ ਸਾਹ ਦੇ ਨਾਲ। ਹਜ਼ਾਰ ਵਾਰੀ ਥੋਟ ਆ ਰਹੇ ਆ, ਚਾਹੇ 10,000 ਵਾਰੀ ਥੋਟ ਆ ਰਹੇ ਆ, ਆਪਾਂ ਜੋ ਧਿਆਨ ਹੈ ਸਾਹ 'ਤੇ ਲੈ ਕੇ ਆਉਣਾ ਹਰ ਵਾਰ।
ਕੋਈ ਮਨ ਦੇ ਵਿੱਚ ਵਿਚਾਰ ਆਉਂਦਾ ਹੈ, ਆਪਾਂ ਵਾਰ-ਵਾਰ ਧਿਆਨ ਜੋ ਸਾਹ ਤੇ ਲੈ ਕੇ ਆਉਣਾ, ਬਰੀਥ ਉੱਤੇ ਧਿਆਨ ਦੇਣਾ। ਜਿਵੇਂ ਜਿਵੇਂ ਪ੍ਰੈਕਟਿਸ ਕਰਾਂਗੇ ਉਵੇਂ ਉਵੇਂ ਇਹ ਵਿਚਾਰ ਆਪਣੇ ਘਟਦੇ ਜਾਣਗੇ। ਚਿੰਤਾਵਾਂ, ਸਟ੍ਰੈਸ, ਟੈਨਸ਼ਨ ਸਭ ਘੱਟ ਹੁੰਦੇ ਜਾਣਗੇ। ਦੋਸਤੋ, ਇਹ ਸੀਗਾ ਆਨਾਪਾਨਸਤੀ ਮੈਡੀਟੇਸ਼ਨ। ਹੁਣ ਮੈਂ ਸਿੱਖ ਪਰਿਵਾਰ 'ਚ ਪੈਦਾ ਹੋਇਆ। ਮੇਰੀ ਮਦਰ ਨੇ ਮੈਨੂੰ ਗੁਰਬਾਣੀ ਪੜ੍ਹਨਾ ਸਿਖਾਇਆ। ਮੈਨੂੰ ਯਾਦ ਨਹੀਂ ਹੋਣੀ ਜਦੋਂ ਦਾ ਮੈਂ ਗੁਰਬਾਣੀ ਪੜ੍ਹ ਰਿਹਾ ਸੀਗਾ। ਗੁਰਬਾਣੀ ਪੜ੍ਹਦਾ ਰਿਹਾ, ਗੁਰਬਾਣੀ ਕੰਠ ਵੀ ਸੀ ਮੈਨੂੰ, ਅਤੇ ਕਈ ਮੰਤਰਾਂ ਦਾ ਵੀ ਜਾਪ ਕੀਤਾ। ਮੰਤਰ ਜੋ ਆਪਣੇ ਸਿੱਖ ਧਰਮ ਦੇ ਵਿੱਚ ਆ, ਉਹਨਾਂ ਦਾ ਜਾਪ ਕੀਤਾ। ਗੁਰਬਾਣੀ ਕੰਠ ਪੜ੍ਹਦਾ ਰਹਿੰਦਾ ਸੀਗਾ। ਕਾਫੀ ਅਭਿਆਸ ਕੀਤਾ ਬਾਣੀ ਦਾ, ਮੰਤਰਾਂ ਦਾ। ਬਚਪਨ ਤੋਂ ਹੀ ਮੈਨੂੰ ਕੁਛ ਸੀ ਉਦਾਸੀ ਸਮਟਾਈਮ ਮੇਰੇ ਮਨ ਦੇ ਵਿੱਚ ਆਉਂਦੀ ਸੀਗੀ। ਕੋਈ ਖੋਜ, ਕੁਛ ਲੱਭਣ ਦੀ ਰਾਹ 'ਤੇ ਸੀ, ਬਟ ਮੈਨੂੰ ਪਤਾ ਨਹੀਂ ਸੀ, ਗਿਆਨ ਨਹੀਂ ਸੀਗਾ। ਉਸ ਗਿਆਨ ਨੂੰ ਮੈਂ ਲੱਭ ਰਿਹਾ ਸੀਗਾ। ਕੋਈ ਗੁਰੂ ਮਿਲ ਜਾਂਦਾ, ਕੋਈ ਮੈਨੂੰ ਸਿਖਾ ਦਿੰਦਾ। ਇਹ ਜਿਹੜੀ ਮੇਰੀ ਖੋਜ ਚੱਲਦੀ ਰਹੀ, ਮੈਨੂੰ ਜੋ ਮੇਰੀ ਬਚਪਨ ਦੇ ਵਿੱਚ ਜਾਂ ਉਸ ਇਹਦੇ ਵਿੱਚ ਮੈਨੂੰ ਸਥਿਤੀਆਂ ਮੇਰੀਆਂ, ਜਾਂ ਮੈਨੂੰ ਇਮੋਸ਼ਨਸ, ਜਾਂ ਮੈਨੂੰ ਫੀਲਿੰਗ ਆਉਂਦੀਆਂ ਰਹੀਆਂ, ਇੰਟੂਇਸ਼ਨ ਆਉਂਦੀਆਂ ਰਹੀਆਂ, ਉਹ ਗਿਆਨ ਨਾ ਹੋਣ ਕਰਕੇ ਮੈਨੂੰ ਬਾਹਲੀ ਇੰਪਰੂਵਮੈਂਟ ਨਹੀਂ ਆਈ, ਮੈਨੂੰ ਨਹੀਂ ਪਤਾ ਲੱਗਿਆ। ਹੁਣ ਉਹ ਗੱਲਾਂ ਦੀ ਸਮਝ ਆ ਰਹੀ ਹੈ ਸਾਰੀ, ਕਿਉਂ ਹੁੰਦਾ ਸੀਗਾ, ਰੀਜ਼ਨ ਕੀ ਸੀਗਾ। ਕਿਉਂਕਿ ਗੁਰਬਾਣੀ, ਫਿਰ ਮੰਤਰਾਂ ਦਾ ਜਾਪ, ਫਿਰ ਐਂਡ ਦੇ ਧਿਆਨ। ਬਹੁਤ ਸਾਰੇ ਟੀਚਰਾਂ ਤੋਂ ਸਿੱਖਿਆ। ਉਹਨਾਂ ਨੇ ਮੈਨੂੰ ਆਪਣਾ ਗਿਆਨ ਦਿੱਤਾ। ਉਹਨਾਂ ਦੀ ਆਪ ਦੀ ਬਹੁਤ ਸਾਧਨਾ ਸੀਗੀ। ਕੋਈ ਇਸ ਤਰ੍ਹਾਂ ਵੀ ਮਿਲੇ ਜੋ ਆਪਣੇ ਗੁਰੂ ਵੀ ਕਹਿੰਦੇ ਸੀਗੇ, ਗੁਰੂਆਂ ਨੂੰ ਵੀ ਮਿਲਿਆ। ਉਹਨਾਂ ਤੋਂ ਅਲੱਗ ਤਰ੍ਹਾਂ ਦਾ ਜਿਹੜਾ ਨੌਲੇਜ ਹੈ ਟੀਚਿੰਗ ਲਈ। ਪਰ ਜਿਵੇਂ ਆਪਾਂ ਸਕੂਲ ਦੇ ਵਿੱਚ ਹੁੰਦੇ ਹਾਂ, ਫਿਰ ਕਾਲਜ ਦੇ ਵਿੱਚ, ਫਿਰ ਯੂਨੀਵਰਸਿਟੀ ਦੇ ਵਿੱਚ, ਇੱਦਾਂ ਹੀ ਬੰਦੇ ਦੀ ਗਰੋਥ ਹੁੰਦੀ ਹੈ, ਹਿਊਮਨ ਬੀਇੰਗ ਦੀ। ਕਿਸੇ ਵੀ ਬੰਦੇ ਦੀ ਸ਼ਮਤਾ ਘੱਟ ਨਹੀਂ ਹੈ, ਸਾਰੇ ਹੀ ਰੱਬ ਹੈ। ਆਪਾਂ ਕਿਸੇ ਨੂੰ ਜ਼ਿਆਦਾ ਮਹਾਨ ਸਮਝ ਲੈਂਦੇ ਹਾਂ, ਇਹ ਗੁਰੂ ਹੈ, ਇਹਨੂੰ ਜ਼ਿਆਦਾ ਗਿਆਨ ਹੈ। ਨਹੀਂ, ਸਭ ਨੂੰ ਹੀ ਗਿਆਨ ਹੈ, ਤੁਹਾਨੂੰ ਵੀ ਓਨਾ ਹੀ ਗਿਆਨ ਹੈ, ਬਸ ਅੰਦਰ ਦੇ ਦਰਵਾਜ਼ੇ ਖੁੱਲ੍ਹਣ ਦੀ ਕਮੀ ਹੈ। ਕਿਸੇ ਨੂੰ ਸਰੈਂਡਰ ਨਾ ਕਰੋ, ਆਪਣੇ ਆਪ ਨੂੰ ਸਰੈਂਡਰ ਕਰੋ। ਗੁਰਬਾਣੀ ਦੇ ਵਿੱਚ, ਗ੍ਰੰਥਾਂ ਦੇ ਵਿੱਚ ਦੱਸਿਆ ਗਿਆ ਪਰਮਾਤਮਾ ਕਿੱਥੇ ਆ, ਅੰਦਰ। ਕਬੀਰ ਜੀ ਨੇ ਕਿੱਥੇ ਲੱਭਿਆ, ਅੰਦਰ ਲੱਭਿਆ। ਗੁਰੂ ਨਾਨਕ ਜੀ ਨੇ ਕਿੱਥੇ ਲੱਭਿਆ, ਅੰਦਰ ਲੱਭਿਆ। ਜਿੰਨੇ ਵੀ ਗੁਰੂਆਂ ਦਾ ਨਾਮ ਲਓ, ਜਿੰਨੇ ਵੀ ਜਿਹੜੇ ਉੱਚ ਕੌਨਸ਼ੀਅਸ ਦੇ ਆ, ਕ੍ਰਿਸ਼ਨ ਭਗਵਾਨ, ਬੁੱਧ, ਜੀਸਸ, ਉਹਨਾਂ ਨੇ ਆਪਣੇ ਅੰਦਰ ਹੀ ਲੱਭਿਆ, ਬਾਹਰੋਂ ਕਿਸੇ ਨੂੰ ਨਹੀਂ ਪੁੱਜਿਆ। ਉਹਨਾਂ ਨੇ ਵੀ ਇਹੀ ਕਿਹਾ ਵੀ ਆਪਣੇ ਅੰਦਰ ਦੀ ਖੋਜ ਕਰੋ, ਆਪਣੇ ਇੱਕ ਪਲ ਪਲ ਦਾ ਧਿਆਨ ਰੱਖੋ, ਆਪਣੀ ਹਰੇਕ ਮੂਵਮੈਂਟ ਦਾ ਧਿਆਨ ਰੱਖੋ। ਤੁਹਾਡੀ ਫਿੰਗਰ ਵੀ ਹਿੱਲ ਰਹੀ ਹੈ, ਉਹਦਾ ਵੀ ਧਿਆਨ ਰੱਖੋ। ਤੁਹਾਡੀ ਆਈਜ਼ ਹਿੱਲ ਰਹੀ ਹੈ, ਅੱਖ ਹਿੱਲ ਰਹੀ ਹੈ, ਉਹਦਾ ਧਿਆਨ ਰੱਖੋ। ਤੁਹਾਡਾ ਮੂੰਹ ਹਿੱਲ ਰਿਹਾ, ਉਹਦਾ ਧਿਆਨ ਰੱਖੋ। ਤੁਸੀਂ ਕੀ ਬੋਲ ਰਹੇ ਹੋ, ਉਹਦਾ ਧਿਆਨ ਰੱਖੋ।
ਧਿਆਨ ਹੀ ਤਾਂ ਹੈ ਸਾਰਾ ਕੁਝ। ਇਹਨੂੰ ਮੈਡੀਟੇਸ਼ਨ ਕਹਿੰਦੇ ਆ। ਬੱਚਾ ਜਦੋਂ ਪੈਦਾ ਹੁੰਦਾ ਹੈ ਉਹ ਇੱਕ ਮੈਡੀਟੇਸ਼ਨ ਦੀ ਅਵਸਥਾ 'ਚ ਹੁੰਦਾ ਹੈ। ਇੱਕ ਟਾਈਮ ਇੱਕ ਕੰਮ, ਧਿਆਨ ਦੀ ਅਵਸਥਾ 'ਚ ਹੁੰਦਾ। ਫਿਰ ਕੀ ਹੁੰਦਾ, ਫਿਰ ਲੌਜਿਕ ਮਾਈਂਡ ਆ ਜਾਂਦਾ। ਜਦੋਂ ਲੌਜਿਕ ਮਾਈਂਡ ਕਿਵੇਂ ਆਉਂਦਾ, ਆਪਣੇ ਆਸੇ-ਪਾਸੇ ਦੇ ਇਨਵਾਇਰਮੈਂਟ ਤੋਂ, ਜੋ ਕਈ ਸਾਲਾਂ ਦੀ, ਕਈ ਯੁਗਾਂ ਦੀ ਜੋ ਰੀਤ ਚੱਲਦੀ ਆ ਰਹੀ ਹੈ, ਜੋ ਆਪਣੇ ਮਾਂ ਪਿਓ ਉਹ ਵਹਿਮ ਭਰਮ ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਸਿਖਾਉਂਦੇ ਆ, ਜਿਨ੍ਹਾਂ ਦੇ ਬਾਰੇ ਨਾ ਹੀ ਉਹਨਾਂ ਨੂੰ ਗਿਆਨ ਹੈ ਅਤੇ ਨਾ ਹੀ ਆਪਾਂ ਨੂੰ ਗਿਆਨ ਹੁੰਦਾ। ਗ੍ਰੰਥਾਂ ਦੇ ਵਿੱਚ ਤਾਂ ਬਹੁਤ ਕੁਝ ਲਿਖਿਆ, ਪਰ ਆਪਾਂ ਨੂੰ ਸਮਝਾਇਆ ਥੋੜ੍ਹਾ ਜਿਹਾ ਅਲੱਗ ਤਰੀਕੇ ਨਾਲ ਜਾਂਦਾ। ਆਪਾਂ ਆਪ ਕੋਸ਼ਿਸ਼ ਨਹੀਂ ਕਰਦੇ ਪੜ੍ਹਨ ਦੀ, ਗਿਆਨ ਲੈਣ ਦੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਕਿਸੇ ਨੇ ਕਿਹਾ ਬਹੁਤ ਔਖਾ ਹੈ, ਗ੍ਰੰਥ ਪੜ੍ਹਨੇ ਬਹੁਤ ਔਖੇ ਆ, ਬੁੱਕ ਪੜ੍ਹਨਾ ਬਹੁਤ ਔਖਾ। ਪਰ ਜਦੋਂ ਤੁਸੀਂ ਸੱਚ ਜਾਣਨਾ, ਜੇ ਕੁਝ ਕਰਨਾ ਲਾਈਫ ਦੇ ਵਿੱਚ, ਤੁਹਾਨੂੰ ਐਫਰਟ ਕਰਨਾ ਹੀ ਪੈਣਾ। ਆਪਣੇ ਆਪ ਨੂੰ ਸੁਧਾਰਨ ਦੇ ਵਿੱਚ ਜੇ ਆਪਾਂ ਗਿਆਨ ਲੈਂਦੇ ਹਾਂ, ਸਮਾਂ ਦਿੰਦੇ ਹਾਂ, ਕੀ ਗਲਤ ਹੈ? ਤੁਹਾਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਪੈਣਾ। ਜੇ ਤੁਸੀਂ ਆਪਣੇ ਆਪ ਨੂੰ ਜਾਗਰਤ ਕਰ ਲੈਂਦੇ ਹੋ, ਫਿਰ ਤੁਹਾਨੂੰ ਕਿਸੇ ਦੇ ਪੈਰ ਨਹੀਂ ਫੜਨੇ ਪੈਂਦੇ, ਕਿਸੇ 'ਤੇ ਡਿਪੈਂਡੈਂਟ ਨਹੀਂ ਹੋਣਾ ਪੈਂਦਾ। ਫਿਰ ਤੁਹਾਡੀ ਆਪ ਦੀ ਸ਼ਮਤਾ, ਆਪਦੇ ਆਪ ਨੂੰ ਤੁਸੀਂ ਮਹਾਨ ਮੰਨਦੇ ਹੋ। ਮੈਂ ਗ੍ਰੰਥ ਪੜ੍ਹਦਾ ਸੀ, ਬਾਣੀਆਂ ਪੜ੍ਹਦਾ ਸੀ, ਬੁੱਕਸ ਪੜ੍ਹਦਾ ਸੀ, ਕਾਫੀ ਗਿਆਨ ਉਦੋਂ ਵੀ ਆਇਆ। ਬਟ ਜਦੋਂ ਮੈਂ ਮੈਡੀਟੇਸ਼ਨ ਦੇ ਨਾਲ ਹੋਇਆ, ਮੈਡੀਟੇਸ਼ਨ ਸ਼ੁਰੂ ਕੀਤਾ, ਜੋ ਮੇਰੀ ਖੋਜ ਸੀ ਉਹ ਕੰਪਲੀਟ ਹੋ ਗਈ। ਮੇਰੀ ਭੱਜਾ ਨਸੀ ਬੰਦ ਹੋ ਗਈ। ਮੈਂ ਕਿਸੇ ਗੁਰੂ ਜਾਂ ਕਿਸੇ ਟੀਚਰ ਦੇ ਮਗਰ ਲੱਗ ਕੇ ਕੁਛ ਮੈਨੂੰ ਸਿਖਾਵੇ। ਬਹੁਤ ਸਾਰੇ ਟੀਚਰ ਹੈ ਜੋ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੈਕਟਿਸ ਹੈ, ਧਿਆਨ ਹੈ, ਉਹਨਾਂ ਨੇ ਸਾਧਨਾ ਕੀਤੀ ਹੈ, ਉਹ ਆਪ ਉੱਚ ਅਵਸਥਾ ਦੇ ਵਿੱਚ ਹੈ, ਪਰ ਨੋਰਮਲ ਲਾਈਫ ਜਿਉ ਰਹੇ ਆ। ਬੱਚੇ ਆ ਉਹਨਾਂ ਦੇ, ਜੋਬ ਕਰਦੇ ਆ, ਸੇਵਾ ਕਰਦੇ ਆ, ਮੈਡੀਟੇਸ਼ਨ ਫ੍ਰੀ ਸਿਖਾਉਂਦੇ ਆ, ਬਹੁਤ ਸਾਰੇ ਹੈਗੇ ਆ। ਉਹਨਾਂ ਦੀ ਜੋ ਸਰੈਂਡਰ ਕਰਨ ਦੀ ਭਾਵਨਾ, ਉਹਨਾਂ ਦੀ ਸਰਵਿਸ ਫ੍ਰੀ ਆਫ ਕੋਸਟ, ਉਹਨਾਂ ਨੂੰ ਦੇਖ ਕੇ ਮੈਂ ਖੁਦ ਚੇਂਜ ਹੋ ਗਿਆ ਵੀ ਇੱਦਾਂ ਵੀ ਹੁੰਦਾ। ਅਤੇ ਅੱਜ ਦਾ ਆਪਣਾ ਟੋਪਿਕ ਸੀਗਾ ਮੈਡੀਟੇਸ਼ਨ ਬਾਰੇ। ਮੈਡੀਟੇਸ਼ਨ ਤੁਸੀਂ ਕਿਸੇ ਵੀ ਜਗ੍ਹਾ 'ਤੇ ਕਰ ਸਕਦੇ ਹੋ, ਚਾਹੇ ਉਹ ਸੋਫੇ 'ਤੇ ਬੈਠ ਕੇ ਕਰੋ, ਚੇਅਰ 'ਤੇ ਬੈਠ ਕੇ ਕਰੋ। ਹੈਂਡ ਕ੍ਰੋਸ ਕਰਨੇ ਆ ਔਰ ਲੈਗ ਕ੍ਰੋਸ ਕਰਨੀ ਆ, ਅੱਖਾਂ ਬੰਦ ਕਰਨੀਆਂ। ਜਦੋਂ ਹੈਂਡ ਕ੍ਰੋਸ ਕਰਦੇ ਆ ਉਦੋਂ 10% ਆਪਣੀ ਊਰਜਾ ਆਪਣੇ ਅੰਦਰ ਰਹਿੰਦੀ ਹੈ। ਲੈਗ ਕ੍ਰੋਸ ਕਰਦੇ ਆ 10% ਉਦੋਂ ਕਰਦੀ ਹੈ, ਔਰ ਜਦੋਂ ਆਈਜ਼ ਕਲੋਜ਼ ਕਰਦੇ ਆ 80% ਉਦੋਂ ਆਪਣੇ ਅੰਦਰ ਆਪਣੀ ਜਿਹੜੀ ਊਰਜਾ, ਆਪਣੀ ਸ਼ਕਤੀ ਅੰਦਰ ਰਹਿੰਦੀ ਹੈ। ਹੌਲੀ ਹੌਲੀ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ, ਤੁਹਾਨੂੰ ਆਪਣੇ ਆਤਮਾ ਦੀ ਜਾਗ੍ਰਿਤੀ ਹੋਣੀ ਸ਼ੁਰੂ ਹੋਊਗੀ, ਆਪਣੇ ਆਪ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋਊਗਾ। ਪ੍ਰੈਕਟਿਸ ਨਾਲ ਹੈ, ਔਖਾ ਨਹੀਂ ਹੈ। ਕੋਈ ਜੰਗਲਾਂ 'ਚ ਜਾਣਾ ਜ਼ਰੂਰੀ ਨਹੀਂ ਹੈ। ਪਹਿਲਾਂ ਦੇ ਸਮੇਂ 'ਚ ਇਹ ਜੋ ਸਾਧਨਾ ਹੈ ਜੰਗਲਾਂ 'ਚ ਜਾ ਕੇ ਕਰਦੇ ਸੀ, ਅੱਜ ਤੁਸੀਂ ਘਰੇ ਬੈਠੇ ਕਰ ਸਕਦੇ ਹੋ। ਬਹੁਤ ਸਾਰੇ ਟੀਚਰ, ਬਹੁਤ ਸਾਰੇ ਮਾਸਟਰ ਘਰੇ ਬੈਠ ਕੇ ਸਾਧਨਾ ਕਰ ਰਹੇ ਆ। ਜੇ ਉਹਨਾਂ ਨੇ 1 ਹਫ਼ਤਾ ਕਰਨੀ, 1 ਹਫ਼ਤਾ ਕਰਦੇ ਆ। ਜੇ ਉਹਨਾਂ ਨੇ 1 ਮਹੀਨਾ ਕਰਨੇ, 1 ਮਹੀਨਾ ਕਰਦੇ ਆ। ਜੋਬ ਵੀ ਕਰਦੇ ਆ, ਸਾਰਾ ਕੁਛ ਕਰਦੇ, ਘਰ ਦੇ ਕੰਮ ਕਰਦੇ ਆ। ਆਪਾਂ ਨੂੰ ਇੱਕ ਲਾਈਫ ਜਿਉਣ ਦਾ ਤਰੀਕਾ, ਹੁਕਮ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਹੁਕਮ ਦੇ ਵਿੱਚ ਰਹਿਣਾ, ਉਹਦੀ ਜਾਗ੍ਰਿਤੀ ਆਊਗੀ। ਇੰਟਿਊਸ਼ਨ, ਆਪਣੀਆਂ ਇੰਟਿਊਸ਼ਨਸ, ਆਪਣੀਆਂ ਜਿਹੜੀਆਂ ਸ਼ਕਤੀਆਂ ਉਹ ਜਾਗਰਤ ਹੋਣੀਆਂ, ਤੁਹਾਨੂੰ ਪਤਾ ਲੱਗੂਗਾ। ਤੁਸੀਂ ਘੱਟ ਬੋਲੋਗੇ, ਘੱਟ ਖਾਓਗੇ, ਜਿੰਨੀ ਲੋੜ ਆ ਓਨਾ ਸੌਂਗੇ, ਅਵੇਅਰਨੈਸ ਆਊਗੀ। ਕਿੰਨਾ ਕੰਮ ਕਰਨਾ
ਓਨਾ ਕਰੋਗੇ। ਕਿੰਨੀ ਮਨੀ ਤੁਹਾਨੂੰ ਚਾਹੀਦੀ ਹੈ ਓਨੀ ਕਮਾਓਗੇ। ਜੋ ਤੁਹਾਡਾ ਲਾਈਫ ਦਾ ਪਰਪਸ ਹੈ ਉਹ ਕਰੋਗੇ। ਕੀ ਕਰਨਾ ਚਾਹੁੰਦੇ, ਡਰ ਚਿੰਤਾਵਾਂ ਤੁਹਾਡੀਆਂ ਦੂਰ ਹੋਣਗੀਆਂ। ਮੈਂ ਇਹ ਸਭ ਚੀਜ਼ਾਂ ਦੇ ਵਿੱਚੋਂ ਲੰਘਿਆ ਹੋਇਆ, ਮੈਂ ਤੁਹਾਨੂੰ ਪ੍ਰੈਕਟੀਕਲੀ ਹੀ ਸਭ ਕੁਝ ਦੱਸ ਰਿਹਾ। ਨਾ ਹੀ ਮੈਂ ਕੋਈ ਇੱਦਾਂ ਵੀ ਇਕੱਲਾ ਬੁੱਕਸ ਦੇ ਵਿੱਚ ਪੜ੍ਹਿਆ। ਹਾਂ, ਬੁੱਕਸ ਦੇ ਵਿੱਚ ਪੜ੍ਹਿਆ, ਗਿਆਨ ਲਿਆ, ਪਰ ਪ੍ਰੈਕਟੀਕਲ ਕੀਤਾ ਮੈਂ। ਪ੍ਰੈਕਟੀਕਲ ਤੁਸੀਂ ਵੀ ਕਰੋ, ਗਿਆਨ ਪਾਓ, ਧਿਆਨ ਕਰੋ, ਆਪਣੀ ਜ਼ਿੰਦਗੀ ਨੂੰ ਇੱਕ ਬਿਊਟੀਫੁਲ ਡਿਵਾਈਨ ਤਰੀਕੇ ਨਾਲ ਇਸ ਜੀਵਨ ਵਿੱਚ, ਇਸ ਧਰਤੀ 'ਤੇ ਸਪੈਂਡ ਕਰੋ। ਤੁਹਾਡੇ ਅੰਦਰ ਬੈਠੇ ਪਰਮਾਤਮਾ ਨੂੰ ਮੇਰਾ ਨਮਸਕਾਰ।